ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕਿਵੇਂ ਆਪਣੇ ਮਾਈਂਡ ਨੂੰ ਸਟਰੋਂਗ ਬਣਾ ਸਕੀਏ। ਦੁਨੀਆ ਵਿੱਚ ਬਹੁਤ ਸੇ ਲੋਕ ਆਪਣੇ ਮਾਈਂਡ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਸ਼ਾਇਦ ਕੁਝ ਟੈਕਨੀਕਸ ਦਾ ਨਹੀਂ ਪਤਾ, ਜੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ। ਇਸ ਵੀਡੀਓ ਦੇ ਵਿੱਚ ਅਸੀਂ ਉਹ ਸਾਰੀਆਂ ਟੈਕਨੀਕਸ ਨੂੰ ਸਮਝਾਂਗੇ ਇੱਕ ਇੱਕ ਕਰਕੇ, ਜਿਸ ਨਾਲ ਤੁਸੀਂ ਆਪਣੇ ਮਾਈਂਡ ਨੂੰ ਅੱਛੇ ਤਰੀਕੇ ਨਾਲ ਸਟਰੋਂਗ ਬਣਾ ਸਕਦੇ ਹੋ। ਸੋ ਜਿਹੜੀ ਸਭ ਤੋਂ ਪਹਿਲੀ ਟੈਕਨੀਕ ਹੈਗੀ ਆਪਣੇ ਆਪ ਨੂੰ ਸਟਰੋਂਗ ਬਣਾਉਣ ਲਈ, ਸਾਨੂੰ ਸਮਝਣਾ ਹੋਵੇਗਾ ਕਿ ਸਟਰੋਂਗ ਮਾਈਂਡ ਅਤੇ ਵੀਕ ਮਾਈਂਡ ਦੇ ਵਿੱਚ ਡਿਫਰੈਂਸ ਕੀ ਹੈ। ਬਹੁਤ ਸਾਰੇ ਲੋਕ ਸਟਰੋਂਗ ਮਾਈਂਡ ਅਤੇ ਵੀਕ ਮਾਈਂਡ ਦੇ ਵਿੱਚ ਡਿਫਰੈਂਸ ਨਹੀਂ ਜਾਣਦੇ ਹੋਏ ਬਹੁਤ ਸੀਆਂ ਅਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਦੂਸਰੇ ਲੋਕ, ਕੁਝ ਲੋਕ ਜਿਹੜੇ ਅੱਛੇ ਪੈਸੇ ਕਮਾ ਪਾਉਂਦੇ ਨੇ ਇਸ ਦੁਨੀਆ ਵਿੱਚ, ਸਾਡੇ ਮਨ ਦੇ ਵਿੱਚ ਇੱਕ ਧਾਰਨਾ ਪ੍ਰਚਲਿਤ ਹੋ ਜਾਂਦੀ ਹੈ ਕਿ ਉਹੀ ਲੋਕ ਜਿਹੜੇ ਹੈਗੇ ਨੇ ਉਹ ਸਟਰੋਂਗ ਮਾਈਂਡ ਵਾਲੇ ਨੇ, ਅਤੇ ਜਿਹੜੇ ਲੋਕ ਜ਼ਿਆਦਾ ਪੈਸਾ ਨਹੀਂ ਕਮਾ ਪਾਉਂਦੇ ਉਹ ਜ਼ਿਆਦਾ ਸਟਰੋਂਗ ਮਾਈਂਡ ਵਾਲੇ ਨਹੀਂ ਹੈਗੇ। ਦੇਖੋ, ਪੈਸਾ ਕਮਾਉਣਾ ਇੱਕ ਸਕਿੱਲ ਆ, ਇਸ ਦਾ ਸਟਰੋਂਗ ਮਾਈਂਡ ਅਤੇ ਵੀਕ ਮਾਈਂਡ ਦੇ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਠੀਕ ਆ, ਕੁਝ ਲੋਕ ਬਿਜ਼ਨਸਮੈਨ ਕੁਝ ਸਾਊਂਡ ਡਿਸੀਜ਼ਨ, ਰਿਸਕ ਵਾਲੇ ਡਿਸੀਜ਼ਨ ਲੈਂਦੇ ਨੇ, ਜਿਹੜੇ ਕੁਝ ਸਟਰੋਂਗ ਮਾਈਂਡ ਦੀ ਕੈਟਾਗਰੀ ਵਿੱਚ ਵੀ ਆ ਸਕਦੇ ਨੇ। ਪਰ ਪੈਸਾ ਕਮਾਉਣਾ, ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਇੱਕ ਸਕਿੱਲ ਆ। ਜਿਵੇਂ ਤੁਸੀਂ ਹੋਰ ਸਕਿੱਲਾਂ ਸਿੱਖਦੇ ਹੋ, ਜਿਹੜੀ ਐਜੂਕੇਸ਼ਨ ਹੈਗੀ ਹੈ ਉਹ ਸਾਨੂੰ ਉਸ ਲੈਵਲ ਦੀ ਸਕਿੱਲ ਨਹੀਂ ਦੇ ਪਾ ਰਹੀ। ਅਸੀਂ ਬਹੁਤ ਸਾਰਾ ਟਾਈਮ ਐਜੂਕੇਸ਼ਨ ਦੇ ਵਿੱਚ ਕੁਝ ਅਜਿਹੀ ਐਕਟੀਵਿਟੀ ਕਰਕੇ ਵੇਸਟ ਕਰਦੇ ਪਏ ਹਾਂ ਜਿਸ ਨਾਲ ਸਾਡਾ ਇਨਕਮ ਨਾਲ ਕੋਈ ਰਿਲੇਟਡ ਨਹੀਂ ਹੈਗਾ। ਸਿਰਫ ਸਾਡੀ ਸਕਿੱਲ ਦੀ ਕਮੀ ਸਾਨੂੰ ਫਾਈਨੈਂਸ਼ੀਅਲ ਤੌਰ 'ਤੇ ਵੀਕ ਬਣਾਉਂਦੀ ਹੈ। ਜੇ ਅਸੀਂ ਫਾਈਨੈਂਸ਼ੀਅਲ ਤੌਰ 'ਤੇ ਸਟਰੋਂਗ ਬਣਨਾ ਚਾਹੁੰਦੇ ਹਾਂ ਤਾਂ ਇਸ ਦਾ ਸਟਰੋਂਗ ਮਾਈਂਡਸੈਟ ਨਾਲ ਕੋਈ ਵੀ ਜ਼ਿਆਦਾ ਤਾਲੁਕ ਨਹੀਂ ਹੈਗਾ। ਇਸ ਦਾ ਸਿੱਧਾ ਤਾਲੁਕ ਤੁਹਾਡੀ ਸਕਿੱਲ ਦੇ ਨਾਲ ਹੈਗਾ। ਜੇ ਤੁਸੀਂ ਆਪਣੀ ਸਕਿੱਲ ਨੂੰ ਅੱਛੇ ਤਰੀਕੇ ਨਾਲ ਬਿਲਡ ਕਰ ਲਓਗੇ ਤਾਂ ਕੋਈ ਵੀ ਮਤਲਬ ਨਹੀਂ ਹੈ ਕਿ ਤੁਸੀਂ ਪੈਸਾ ਘੱਟ ਕਮਾ ਸਕਦੇ ਹੋ। ਜੇ ਤੁਸੀਂ ਇੱਕ ਠੀਕ ਠਾਕ ਇਨਕਮ ਜਨਰੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਕਿੱਲ ਦੀ ਲੋੜ ਹੈ। ਜਿਵੇਂ ਤੁਸੀਂ 4 ਕੋਈ ਬੁੱਕਸ ਪੜ੍ਹ ਕੇ, ਕੁਝ ਐਗਜ਼ਾਮ ਨੂੰ ਪਾਸ ਕਰਕੇ, ਕੁਝ ਜੌਬਸ ਨੂੰ ਅਟੇਨ ਕਰ ਲੈਂਦੇ ਹੋ, ਉਸ ਜੌਬ ਨਾਲ ਤੁਹਾਡੀ ਇਨਕਮ ਸ਼ੁਰੂ ਹੋ ਜਾਂਦੀ ਹੈ। ਬਿਜ਼ਨਸ ਵੀ ਇਸੇ ਤਰੀਕੇ ਨਾਲ ਹੀ ਆ। ਅਤੇ ਬਿਜ਼ਨਸ ਜਿਹੜੀ ਲੱਕ ਦੇ ਨਾਲ ਬਿਲਕੁਲ ਵੀ, ਬਹੁਤ ਸਾਰੇ ਲੋਕ ਬਿਜ਼ਨਸ ਨੂੰ ਲੱਕ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਤਾਲੁਕ ਤੋਲਦੇ ਨੇ। ਅਜਿਹੀ ਕੋਈ ਗੱਲ ਨਹੀਂ ਹੈਗੀ। ਸਾਡੀ ਬਿਜ਼ਨਸ ਬਿਲਕੁਲ ਹੀ ਸਿੱਧੇ ਰੂਪ ਦੇ ਵਿੱਚ ਇਹ ਤੁਹਾਡਾ ਹੈਗਾ, ਉਹ ਤੁਹਾਡੀ ਸਕਿੱਲ ਹੈਗੀ ਹੈ। ਅਤੇ ਜੇ ਅਸੀਂ ਸਟਰੋਂਗ ਮਾਈਂਡ ਦੀ ਗੱਲ ਕਰਦੇ ਹਾਂ, ਸਟਰੋਂਗ ਮਾਈਂਡ ਇੱਕ ਬਿਲਕੁਲ ਡਿਫਰੈਂਟ ਟਰਮ ਹੈਗੀ ਹੈ। ਸਟਰੋਂਗ ਮਾਈਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਸਟਰੋਂਗ ਮਾਈਂਡ ਨੂੰ ਬਣਾਉਣ ਦੇ ਵਿੱਚ ਬਹੁਤ ਸਾਰੀ ਜਿਹੜੀ ਹੈਗੀ ਹੈ ਆਪਣੀ ਐਨਰਜੀ, ਆਪਣੇ ਜਿਹੜੇ ਆਪ ਨੂੰ ਖੁਆਰ ਕਰਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦੇ ਹੋ। ਜੋ ਵੀ ਐਕਟੀਵਿਟੀਜ਼ ਤੁਸੀਂ ਦੇਖਦੇ ਪਏ ਹੋ ਉਹਨਾਂ ਦਾ ਅਸਲ ਵਿੱਚ ਮਤਲਬ ਕੀ ਹੈ। ਅਤੇ ਜੇ ਸਿਰਫ ਤੁਹਾਡਾ ਪੈਸੇ ਕਮਾਉਣ ਤੱਕ ਮਤਲਬ ਹੈਗਾ ਤਾਂ ਤੁਸੀਂ ਉਹ ਸਕਿੱਲਸ ਨੂੰ ਸਿੱਖੋ ਜਿਸ ਨਾਲ ਲੋਕ ਪੈਸਾ ਕਮਾਉਂਦੇ ਨੇ। ਕਿਉਂਕਿ ਪੈਸਾ ਕਮਾਉਣਾ ਇੱਕ ਸਕਿੱਲ ਹੈ ਜਿਹੜੀ ਆਮ ਤੌਰ 'ਤੇ ਸਕੂਲਿੰਗ ਦੇ ਵਿੱਚ ਨਹੀਂ ਪੜ੍ਹਾਈ ਜਾਂਦੀ। ਉਹ ਸਿਰਫ ਤੁਹਾਨੂੰ ਕੁਝ ਕੁ ਬੇਸਿਕ ਸਕਿੱਲਸ ਸਿਖਾਈਆਂ ਜਾਂਦੀਆਂ ਨੇ। ਇਸੇ ਕਰਕੇ ਜਿਹੜੇ ਲੋਕ ਇਸ ਇਨਵਾਇਰਮੈਂਟ ਦੇ ਵਿੱਚ ਹੁੰਦੇ ਨੇ, ਇਸ ਐਕਸਪੋਜ਼ਰ ਦੇ ਵਿੱਚ ਹੁੰਦੇ ਨੇ, ਜਾਂ ਆਪਣੀ ਸੈਲਫ ਕੋਸ਼ਿਸ਼ ਦੇ ਨਾਲ ਆਪਣੇ ਆਪ ਨੂੰ ਉਸ ਐਕਸਪੋਜ਼ਰ ਦੇ ਵਿੱਚ ਲੈ ਜਾਂਦੇ ਨੇ, ਉਹ ਸਿੱਖ ਪਾਉਂਦੇ ਨੇ ਕਿ ਬਿਜ਼ਨਸ ਕਿਵੇਂ ਕੀਤਾ ਜਾਂਦਾ। ਅਤੇ ਕੋਈ ਵੀ ਇੱਕ ਸਧਾਰਨ ਇਨਸਾਨ ਬਿਜ਼ਨਸ ਦੀ ਸਕਿੱਲ ਨੂੰ ਸਿੱਖ ਕੇ ਆਪਣੇ ਬਿਜ਼ਨਸ ਨੂੰ ਬਹੁਤ ਅੱਛੇ ਤਰੀਕੇ ਨਾਲ ਐਸਟੈਬਲਿਸ਼ ਕਰ ਸਕਦਾ। ਪਰ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਗੱਲ ਕਰਾਂਗੇ ਤੁਸੀਂ ਆਪਣੇ ਮਾਈਂਡ ਨੂੰ ਕਿਵੇਂ ਸਾਊਂਡ ਕਰਨਾ। ਅਤੇ ਮਾਈਂਡ ਨੂੰ ਸਾਊਂਡ ਕਰਨ ਦੇ ਵਿੱਚ, ਦੇਖੋ, ਮਾਈਂਡ ਨੂੰ ਸਾਊਂਡ ਕਰਨਾ ਸ਼ਾਇਦ ਇਸ ਗੱਲ ਤੋਂ ਸੁਣ ਕੇ ਲੱਗ ਸਕਦਾ ਕਿ ਘੱਟ ਅਟਰੈਕਟਿਵ ਹੋ ਗਿਆ, ਲੇਕਿਨ ਸਾਊਂਡ ਮਾਈਂਡ ਬਹੁਤ ਜ਼ਿਆਦਾ ਬਿਯੋਂਡ ਆ। ਸਟਰੋਂਗ ਮਾਈਂਡ ਜੇ ਚਾਹੇ ਤਾਂ ਇੱਕ ਬਹੁਤ ਅੱਛਾ ਬਿਜ਼ਨਸਮੈਨ ਬਣ ਸਕਦਾ ਹੈ। ਸਟਰੋਂਗ ਮਾਈਂਡ ਜੇ ਚਾਹੇ ਤਾਂ ਬਹੁਤ ਅੱਛੀ ਇਨਕਮ ਜਨਰੇਟ ਕਰ ਸਕਦਾ। ਸਾਊਂਡ ਮਾਈਂਡ ਸਿਰਫ ਇਸੇ ਨੂੰ, ਚਲੋ ਤੁਹਾਡੇ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਇਸ ਨੂੰ ਪ੍ਰੇਰਿਤ ਕਰਨ ਦੇ ਲਈ ਇਸ ਚੀਜ਼ ਨੂੰ ਕਹਿ ਦਿੱਤਾ ਜਾਂਦਾ, ਪਰ ਸਾਊਂਡ ਮਾਈਂਡ ਦਾ ਅਸਲ 'ਚ ਮਤਲਬ ਕੀ ਹੈ? ਸਾਊਂਡ ਮਾਈਂਡ ਉਸ ਮਾਈਂਡ ਨੂੰ ਕਿਹਾ ਜਾਂਦਾ ਜੋ ਸਿਚੁਏਸ਼ਨਸ ਦੇ ਵਿੱਚ ਰਹਿ ਕੇ ਸਿਚੁਏਸ਼ਨਸ ਤੋਂ ਪ੍ਰਭਾਵੀ ਨਾ ਹੋਵੇ। ਤੁਸੀਂ ਕਿਸੇ ਵੀ ਟਾਈਪ ਦੀ ਸਿਚੁਏਸ਼ਨਸ ਦੇ ਵਿੱਚ ਰਹਿ ਰਹੇ ਹੋ ਪਰ ਉਹ ਸਿਚੁਏਸ਼ਨਸ ਤੁਹਾਨੂੰ ਕਦੀ ਵੀ ਪ੍ਰਭਾਵਿਤ ਨਹੀਂ ਕਰਦੀ। ਤੁਹਾਨੂੰ ਸਿਚੁਏਸ਼ਨਸ ਤੁਹਾਡੇ ਉੱਪਰ ਅਸਰ ਨਹੀਂ ਪਾਉਂਦੀ। ਜੇ ਪਾਉਂਦੀ ਵੀ ਹੈ ਤਾਂ ਬਹੁਤ ਬੇਸਿਕ ਜਿਹਾ ਅਸਰ ਪਾਉਂਦੀ ਹੈ, ਜਿਸ ਨਾਲ ਤੁਸੀਂ ਸਿਚੁਏਸ਼ਨਸ ਨੂੰ ਅੱਛੇ ਤਰੀਕੇ ਨਾਲ ਸਮਝ ਕੇ ਉਸ ਨਾਲ ਰਿਐਕਟ ਕਰਨ ਲਈ ਤਿਆਰ ਹੋ ਜਾਂਦੇ ਹੋ। ਤੁਸੀਂ ਸਿਚੁਏਸ਼ਨਸ ਅਤੇ ਇਮੋਸ਼ਨਸ ਤੋਂ ਮੁਕਤ ਹੋਣਾ ਸ਼ੁਰੂ ਹੋ ਜਾਂਦੇ ਹੋ। ਤੁਹਾਡੇ 'ਤੇ ਅਸਰ ਪਾਉਣੀਆਂ ਘੱਟ ਸ਼ੁਰੂ ਹੋ ਜਾਂਦੀਆਂ। ਉਸ ਮਾਈਂਡ ਨੂੰ ਹੀ ਸਾਊਂਡ ਮਾਈਂਡ ਅਤੇ ਸਟਰੋਂਗ ਮਾਈਂਡ ਕਿਹਾ ਜਾ ਸਕਦਾ। ਜੇ ਕੋਈ ਮਾਈਂਡ ਬਹੁਤ ਪੈਸਾ ਕਮਾ ਰਿਹਾ ਅਤੇ ਲਾਲਚੀ ਹੈਗਾ ਅਤੇ ਉਹ ਬਹੁਤ ਵੀਕ ਮਾਈਂਡ ਹੋਏਗਾ, ਕਿਉਂਕਿ ਇੱਕ ਦਿਨ ਲਾਲਚ ਕਰਕੇ ਉਹ ਆਪਣਾ ਸਭ ਕੁਝ ਤਬਾਹ ਕਰ ਦੇਵੇਗਾ। ਤੁਸੀਂ ਸਿਕੰਦਰ ਦੀ ਕਹਾਣੀ ਬਹੁਤ ਮਸ਼ਹੂਰ ਹੈਗੀ ਹੈ। ਸਿਕੰਦਰ ਬਹੁਤ ਮਹਾਨ ਰਾਜਾ ਮੰਨਿਆ ਜਾਂਦਾ, ਲੇਕਿਨ ਬਹੁਤ ਕਮਜ਼ੋਰ ਰਾਜਾ ਸੀਗਾ, ਜਿਹੜੀ ਆਪਣੀ ਸੱਤਾ ਦੀ ਹਵਸ ਨੂੰ ਕਦੀ ਵੀ
ਤੋਂ ਹਾਰ ਗਿਆ। ਉਸਨੇ ਬਹੁਤ ਸਾਰੇ ਦੇਸ਼ ਜਿੱਤੇ, ਲੇਕਿਨ ਉਸਨੂੰ ਤੁਹਾਡਾ ਬ੍ਰੇਨ ਉਸਨੂੰ ਅਜੇ ਵੀ ਇਹ ਸਿਗਨਲ ਦੇ ਰਿਹਾ ਸੀ ਕਿ ਉਸਨੇ ਹੋਰ ਵੀ ਬਹੁਤ ਸਾਰੇ ਦੇਸ਼ ਜਿੱਤਣੇ ਨੇ, ਜੇ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਸੀਗੀ। ਅਤੇ ਜੇ ਦੁਨੀਆ ਦਾ ਕਿਸੇ ਨੂੰ ਵੀ ਕਮਜ਼ੋਰ ਇਨਸਾਨ ਦਾ ਦਰਜਾ ਵਿੱਚ ਦਿੱਤਾ ਜਾਵੇ ਤਾਂ ਜਿਹੜੇ ਸਿਆਣੇ ਲੋਕ ਸਿਕੰਦਰ ਨੂੰ ਇੱਕ ਉਸੇ ਕੋਟੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹ ਇੱਕ ਬਹੁਤ ਹੀ ਸਾਊਂਡ ਕਦੀ ਨਹੀਂ ਸੀਗਾ। ਸਾਊਂਡ ਇਨਸਾਨ ਨੂੰ ਪਤਾ ਹੁੰਦਾ ਕਿ ਉਸਨੇ ਕਿਸ ਜਗ੍ਹਾ 'ਤੇ ਸ਼ੁਰੂਆਤ ਕਰਨੀ, ਕਿਸ ਜਗ੍ਹਾ 'ਤੇ ਉਸ ਸ਼ੁਰੂਆਤ ਨੂੰ ਜੋ ਕੀਤੀ ਹੋਈ ਕੰਮ ਆ ਉਸਨੂੰ ਖ਼ਤਮ ਕਰਨੇ ਨੇ। ਸੋ ਸਾਊਂਡ ਮਾਈਂਡ ਹੋਣਾ ਇੱਕ ਬਹੁਤ ਵਧੀਆ ਸਕਿੱਲ ਹੈਗੀ ਹੈ, ਜਿਸ ਨੂੰ ਸਿੱਖਣਾ ਬਹੁਤ ਔਖਾ ਨਹੀਂ ਹੈਗਾ। ਸਿਰਫ ਸਾਨੂੰ ਕਲੈਰਿਟੀ ਹੋਣ ਦੀ ਜ਼ਰੂਰਤ ਹੈ। ਹਰ ਕੋਈ ਇਨਸਾਨ ਸਾਊਂਡ ਮਾਈਂਡ ਦਾ ਮਾਲਕ ਹੋ ਸਕਦਾ। ਸੋ ਸਾਊਂਡ ਮਾਈਂਡ ਦਾ ਮਤਲਬ ਇਹ ਹੈ ਕਿ ਜੋ ਤੁਹਾਡੀ ਸਿਚੁਏਸ਼ਨਸ ਨੇ, ਜਿਸ ਸਿਚੁਏਸ਼ਨਸ ਦੇ ਵਿੱਚ ਤੁਸੀਂ ਹੈਗੇ ਹੋ, ਤੁਹਾਨੂੰ ਉਸ ਸਿਚੁਏਸ਼ਨ ਦਾ ਸਹੀ ਰੂਪ 'ਚ ਗਿਆਨ ਹੋਣਾ, ਅਤੇ ਉਹ ਸਿਚੁਏਸ਼ਨਸ ਤੁਹਾਨੂੰ ਕਿਸੇ ਰੂਪ ਦੇ ਵਿੱਚ ਵੀ ਪ੍ਰਭਾਵੀ ਨਾ ਕਰਨ, ਤੁਹਾਡੇ ਉੱਪਰ ਅਸਰ ਨਾ ਪਾਉਣ, ਅਤੇ ਤਾਂ ਹੀ ਉਸ ਦੇ ਅਸਰ ਤੋਂ ਰਹਿਤ ਹੋਵੋ। ਜੇ ਉਸ ਦੇ ਉੱਪਰ ਤੁਸੀਂ ਰਿਐਕਸ਼ਨ ਨਹੀਂ ਕਦੀ ਕਰਨਾ, ਤੁਸੀਂ ਰਿਐਕਟ ਕਰਨ ਤੋਂ ਮੁਕਤ ਹੋ ਜਾਂਦੇ ਹੋ ਅਤੇ ਤੁਸੀਂ ਉਸ 'ਤੇ ਰਿਸਪੌਂਸ ਦਿੰਦੇ ਹੋ ਜੇ ਚਾਹੋ ਤੇ। ਜੇ ਨਹੀਂ ਚਾਹੋ ਤਾਂ ਰਿਸਪੌਂਸ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਕਿ ਅਜਿਹਾ ਮਨ ਡਿਵੈਲਪ ਕੀਤਾ ਜਾ ਸਕਦਾ, ਅਜਿਹਾ ਮਨ ਡਿਵੈਲਪ ਕੀਤਾ ਜਾ ਸਕਦਾ, ਅਤੇ ਉਸੇ ਮਾਈਂਡ ਨੂੰ ਹੀ ਸਾਊਂਡ ਮਾਈਂਡ ਕਹਾਵਾਂਗੇ ਹਰ ਇੱਕ ਸੂਰਤ ਦੇ ਵਿੱਚ। ਬਾਕੀ ਜਿੰਨੀਆਂ ਵੀ ਧਾਰਨਾਵਾਂ ਹੋਣਗੀਆਂ ਸਾਊਂਡ ਮਾਈਂਡ ਦੀਆਂ, ਉਹ ਜਾਂ ਤਾਂ ਫੁੱਲੀ ਤਰ੍ਹਾਂ ਉਹਨੂੰ ਪ੍ਰਭਾਵਿਤ ਉਸ ਨੂੰ ਡਿਫਾਈਨ ਨਹੀਂ ਕਰਦੀਆਂ ਹੋਣਗੀਆਂ, ਜੇ ਕਰਦੀਆਂ ਹੋਣਗੀਆਂ ਇੱਕ ਆਂਸ਼ਿਕ ਰੂਪ ਤੱਕ ਕਰਦੀਆਂ ਹੋਣਗੀਆਂ। ਸੋ ਇਸ ਵੀਡੀਓ ਦੇ ਵਿੱਚ ਅਸੀਂ ਇਹੋ ਹੀ ਗੱਲ ਕਰਾਂਗੇ ਕਿ ਕਿਵੇਂ ਸਾਊਂਡ ਮਾਈਂਡ ਨੂੰ ਡਿਵੈਲਪ ਕੀਤਾ ਜਾ ਸਕਦਾ ਅਤੇ ਕਿਵੇਂ ਆਪਣੇ ਮਾਈਂਡ ਨੂੰ ਸਾਊਂਡ ਬਣਾਇਆ ਜਾ ਸਕਦਾ। ਅਤੇ ਸਾਊਂਡ ਮਾਈਂਡ ਨੂੰ ਡਿਵੈਲਪ ਕਰਨ ਲਈ ਸਭ ਤੋਂ ਪਹਿਲੀ ਟੈਕਨੀਕ ਹੈਗੀ ਹੈ ਕਿ ਇਨਸਾਨ ਆਪਣੇ ਆਪ ਨੂੰ ਜਾਣਦਾ ਕਿ ਨਹੀਂ ਜਾਣਦਾ। ਇਸ ਦੁਨੀਆ ਦਾ ਇਨਸਾਨ ਪੂਰੀ ਦੁਨੀਆ ਨੂੰ ਜਾਣਨ ਦਾ ਦਾਅਵਾ ਕਰਦਾ। ਉਸਦੇ ਮਨ ਦੇ ਵਿੱਚ ਹੈ ਮੈਂ ਦੁਨੀਆ ਦੀ ਹਰ ਇੱਕ ਚੀਜ਼ ਨੂੰ, ਹਰ ਇੱਕ ਸ਼ੈ ਨੂੰ ਜਾਣ ਲਵਾਂ, ਪਾ ਲਵਾਂ। ਕੀ ਇਨਸਾਨ ਆਪਣੇ ਬਾਰੇ ਜਾਣਦਾ ਹੈ, ਆਪਣੇ ਆਪ ਨੂੰ ਪਾ ਚੁੱਕਾ ਕਿ ਨਹੀਂ ਪਾ ਚੁੱਕਾ? ਇਸ ਕੁਐਸਚਨ ਦਾ ਹੱਲ ਸਾਊਂਡ ਮਾਈਂਡ ਦੀ ਇੱਕ ਸਭ ਤੋਂ ਬੁਨਿਆਦੀ ਜ਼ਰੂਰਤ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕ ਨੇ ਜੋ ਬਹੁਤ ਕੁਝ ਜਾਣਦੇ ਨੇ ਅਤੇ ਬਹੁਤ ਕੁਝ ਜਾਣਨ ਦਾ ਦਾਅਵਾ ਕਰਦੇ ਨੇ, ਬਹੁਤ ਕਿਤਾਬਾਂ ਪੜ੍ਹਦੇ ਨੇ, ਬਹੁਤ ਰਿਸਰਚਾਂ ਦੇ ਵਿੱਚ ਜੁਟੇ ਹੋਣੇ ਹੋਣਗੇ, ਲੇਕਿਨ ਉਹਨਾਂ ਨੂੰ ਆਪਣੇ ਬਾਰੇ ਕੁਝ ਨਹੀਂ ਪਤਾ। ਉਹਨਾਂ ਨੂੰ ਆਪਣੇ ਮਨ ਦੀ ਇੱਕ ਆਦਤ ਬਾਰੇ ਨਹੀਂ ਪਤਾ, ਕਦੀ ਵੀ ਆਪਣੇ ਆਪ ਨੂੰ ਸਹੀ ਰੂਪ ਦੇ ਵਿੱਚ ਨਹੀਂ ਦੇਖ ਪਾਉਂਦੇ। ਸੋ ਇਸ ਦਾ ਸਭ ਤੋਂ ਬੁਨਿਆਦੀ ਜਿਹੜਾ ਕਾਰਨ ਹੈਗਾ, ਅਸੀਂ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਅਸੀਂ ਬਹੁਤ ਸਾਰੀਆਂ ਆਪਣੇ ਆਪ ਨੂੰ ਬਿਜ਼ੀ ਕੀਤਾ ਹੈਗਾ। ਅਸੀਂ ਕਦੀ ਵੀ ਆਪਣੇ ਆਪ ਨੂੰ ਜਾਣਨ ਦੇ ਲਈ ਸਮਾਂ ਨਹੀਂ ਕੱਢਦੇ। ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਜਾਣਨ ਲਈ ਇੱਕ ਸਮਾਂ ਕੱਢਣ ਦੀ ਜ਼ਰੂਰਤ ਹੈਗੀ ਹੈ, ਜਿਸ ਸਮੇਂ ਦੇ ਵਿੱਚ ਸਾਡੇ ਕੋਲ ਕੋਈ ਕੰਮ ਨਾ ਹੋਵੇ, ਸਿਰਫ ਅਸੀਂ ਫੁਰਸਤ ਵਿੱਚ ਹੋਈਏ। ਫੁਰਸਤ ਵਿੱਚ ਦੇਖੋ, ਲੋਕੀ ਕਿਸੇ ਵੀ ਹੋਲੀਡੇ ਵਾਲੇ ਦਿਨ ਘਰ ਬੈਠਦੇ ਨੇ, ਲੇਕਿਨ ਉਹ ਕਦੀ ਵੀ ਫੁਰਸਤ ਵਿੱਚ ਨਹੀਂ ਹੁੰਦੇ। ਉਹ ਜ਼ਰੂਰ ਕਿਸੇ ਨਾ ਕਿਸੇ ਕੰਮ ਦੇ ਵਿੱਚ ਆਪਣੇ ਆਪ ਨੂੰ ਵਿਅਸਤ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਜੇ ਉਹ ਆਪਣੇ ਆਪ ਨੂੰ ਕਿਸੇ ਕੰਮ 'ਚ ਵਿਅਸਤ ਨਾ ਰੱਖਣ, ਤੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੱਕ ਬੋਰੀਅਤ ਦਾ ਅਹਿਸਾਸ ਹੁੰਦਾ। ਉਹ ਬੋਰੀਅਤ ਦਾ ਅਹਿਸਾਸ ਤੁਹਾਨੂੰ ਕਿਸੇ ਨਾ ਕਿਸੇ ਕੰਮ ਵੱਲ ਲੈ ਕੇ ਜਾਂਦੀ ਹੈ। ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਫ੍ਰੀ ਰੂਪ ਦੇ ਵਿੱਚ ਬਿਨਾਂ ਕੁਛ ਕੰਮ ਕੀਤੇ ਬੈਠਣਾ ਨਹੀਂ ਸਿਖਾ ਲੈਂਦੇ, ਉਨਾ ਚਿਰ ਤੱਕ ਤੁਸੀਂ ਆਪਣੇ ਆਪ ਦੇ ਵਿੱਚ ਨਹੀਂ ਆ ਸਕਦੇ। ਇਸ ਦਾ ਇੱਕ ਮੁੱਢਲਾ ਕਾਰਨ ਇਹ ਹੈ ਕਿਉਂਕਿ ਸਾਡੀ ਅਵੇਅਰਨੈਸ ਜਾਂ ਅਸੀਂ ਆਪਣੇ ਆਪ ਜਾਂ ਅਸੀਂ ਐਨਰਜੀ ਸਾਡੀ ਬਹੁਤ ਕੰਮਾਂ ਦੇ ਵਿੱਚ ਵੰਡੀ ਹੋਣ ਕਰਕੇ ਸਾਨੂੰ ਉਸ ਦੀ ਸਮਝ ਨਹੀਂ ਹੈ, ਸਾਨੂੰ ਆਪਣੇ ਆਪ ਦੀ ਸਮਝ ਨਹੀਂ, ਕਿਉਂਕਿ ਬਹੁਤ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਵਿਖਾਰਿਆ ਹੋਇਆ, ਅਤੇ ਅਸੀਂ ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਹੀ ਇੱਕ ਆਨੰਦ ਮਹਿਸੂਸ ਕਰਦੇ ਹਾਂ। ਕਦੀ ਵੀ ਇਕੱਲੇ ਬੈਠ ਕੇ ਉਹ ਸਾਰੀ ਐਨਰਜੀ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਅਸੀਂ ਨਹੀਂ ਦਿੰਦੇ। ਜਿਸ ਤਰ੍ਹਾਂ ਇੱਕ ਪਾਣੀ ਹੈ, ਉਹਦੇ ਵਿੱਚ ਜੇ ਕੁਝ ਪੱਥਰ ਮਾਰੇ ਹੋਣ, ਉਸ ਦੇ ਵਿੱਚ ਬਹੁਤ ਸਾਰੀਆਂ ਵੇਵਸ ਜਿਹੜੀਆਂ ਹੈਗੀਆਂ ਤੈਰਦੀਆਂ ਹੋਈਆਂ ਨਜ਼ਰ ਆਉਣਗੀਆਂ। ਇਸੇ ਤਰੀਕੇ ਨਾਲ ਸਾਡਾ ਮਨ ਹੈਗਾ, ਜਿੰਨਾ ਚਿਰ ਤੱਕ ਉਹਦੇ 'ਚ ਵੇਵਸ ਹੈਗੀਆਂ ਨੇ ਸਾਨੂੰ ਸੈਟਿਸਫੈਕਸ਼ਨ ਰਹਿੰਦੀ ਹੈ, ਪਤਾ ਨਹੀਂ ਕਿਉਂ। ਪਰ ਜਦੋਂ ਉਹ ਵੇਵਸ ਥੋੜ੍ਹੀਆਂ ਜਿਹੀਆਂ ਸ਼ਾਂਤ ਹੁੰਦੀਆਂ ਨੇ, ਅਸੀਂ ਵਿਚਲਿਤ ਹੋ ਜਾਂਦੇ ਹਾਂ। ਸ਼ਾਇਦ ਸਾਡਾ ਮਨ ਜੋ ਉਸ ਵੇਵਸ ਦੇ ਕਰਕੇ ਬਣਿਆ ਹੈਗਾ, ਉਹ ਵੇਵਸ ਦੀ ਐਗਜ਼ਿਸਟੈਂਸ ਹੀ ਮਨ ਹੈਗੀ, ਸ਼ਾਇਦ ਉਹਦੇ ਵਿੱਚ ਉਹ ਕੁਛ ਨਰਵਸਨੈਸ, ਕੁਛ ਚੀਜ਼ਾਂ ਹੁੰਦੀਆਂ ਨੇ। ਪਰ ਜਿੰਨਾ ਚਿਰ ਤੱਕ ਜਿਵੇਂ ਪਾਣੀ ਨੂੰ ਉਸ ਵੇਵਸ ਨੂੰ ਸ਼ਾਂਤ ਹੋਣ ਲਈ ਕਾਫੀ ਸਮਾਂ ਲੱਗਦਾ, ਸਮਾਂ ਵੀ ਤਾਂ ਲੱਗੇਗਾ ਜਿਹਦੇ ਵਿੱਚ ਨੈਕਸਟ ਪੱਥਰ ਕੋਈ ਨਹੀਂ ਮਾਰਿਆ ਗਿਆ ਹੋਵੇ। ਇਸੇ ਤਰੀਕੇ ਨਾਲ ਜਦੋਂ ਅਸੀਂ ਆਪਣੇ ਮਨ ਨੂੰ ਕੰਮਾਂ ਤੋਂ ਰਹਿਤ ਕਰ ਲੈਂਦੇ ਹਾਂ, ਅਤੇ ਉਹਦੇ ਵਿੱਚ ਅਸੀਂ ਕੋਈ ਵੀ ਹੋਰ ਚੀਜ਼ ਨੂੰ ਇੰਟਰਪਟ ਨਹੀਂ ਕਰਨ ਦਿੰਦੇ, ਕੋਈ ਹੋਰ ਪੱਥਰ ਨਹੀਂ ਮਾਰਨ ਦਿੰਦੇ, ਕੋਈ ਹੋਰ ਪੱਥਰ ਭਾਵ ਕੋਈ ਹੋਰ ਵਿਚਾਰ ਨਹੀਂ ਪੈਦਾ ਕਰਦੇ, ਕੰਮ ਦਾ ਕੋਈ ਕੰਮ ਨਹੀਂ ਕਰਦੇ। ਜਦੋਂ ਸਾਡਾ ਮਨ ਸ਼ਾਂਤ ਹੋ ਜਾਏਗਾ, ਫਿਰ ਉਹ ਇੱਕ ਐਗਜ਼ਿਸਟੈਂਸ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦਾ। ਬਹੁਤ ਸੇ ਲੋਕ ਉਸ ਲੈਵਲ ਤੱਕ ਪਹੁੰਚ ਨਹੀਂ ਪਾਉਂਦੇ ਕਿਉਂਕਿ ਉਹ ਉਸ ਚੀਜ਼ ਤੋਂ ਵਿਚਲਿਤ ਹੁੰਦੇ ਨੇ। ਸਾਡੇ ਮਨ 'ਚ ਸਭ ਤੋਂ ਪਹਿਲਾਂ ਇੱਕ ਪਰੇਸ਼ਾਨੀ, ਇੱਕ ਬੋਰੀਅਤ ਘੇਰਦੀ ਹੈ, ਉਸ ਨੂੰ ਗੁਜ਼ਰਨਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਉਸ ਨੂੰ ਗੁਜ਼ਰਾਂਗੇ, ਉਸ ਤੋਂ ਗੁਜ਼ਰਾਂਗੇ, ਫਿਰ ਹੀ ਸਾਨੂੰ ਇਸ ਤੋਂ ਸਮਝ ਆਏਗੀ ਕਿ ਸਾਡੇ ਮਨ ਦਾ ਅਸਲੀ ਤਲ ਹੈ ਕੀ ਹੈ।
ਤੇ ਜਦੋਂ ਅਸੀਂ ਉਸ ਤਾਲ ਤੋਂ ਗੁਜ਼ਰਾਂਗੇ ਸਾਨੂੰ ਇੱਕ ਅਸੀਮ ਸਮਝ ਪੈਦਾ ਹੋਏਗੀ। ਉਸ ਸਮਝ ਦੇ ਨਾਲ ਹੀ ਸਾਡਾ ਮਨ ਜਿਹੜਾ ਹੈਗਾ ਸਾਊਂਡ ਬਣ ਸਕਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝ ਗਏ ਹਾਂ। ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸਮਝਦੇ, ਜੇ ਸਾਊਂਡਨੈਸ ਦੀ ਨਿਸ਼ਾਨੀ ਆ, ਉਹ ਲੋਕਾਂ ਦੇ ਸਾਹਮਣੇ ਦਿਖਾਵਾ ਹੋ ਸਕਦਾ, ਪਰ ਹਰ ਇੱਕ ਇਨਸਾਨ ਉਸ ਨੂੰ ਪਤਾ ਹੁੰਦਾ ਕਿ ਉਹ ਕਿੰਨਾ ਕੁ ਸਾਊਂਡ ਹੈਗਾ, ਕਿੰਨਾ ਕੁ ਨਹੀਂ ਸਾਊਂਡ ਹੈਗਾ। ਬਹੁਤ ਸੇ ਇਨਸਾਨ ਜੋ ਲੋਕਾਂ ਸਾਹਮਣੇ ਬਹੁਤ ਸਾਊਂਡ ਹੋਣ ਦਾ ਦਾਅਵਾ ਕਰਦੇ ਹੋਣਗੇ, ਦਿਖਾਵਾ ਹੀ ਕਰਦੇ ਹੋਣਗੇ, ਅਸਲ ਦੇ ਵਿੱਚ ਸਾਊਂਡ ਨਹੀਂ ਹੈਗੇ, ਜੇ ਉਹ ਇਸ ਤਕਨੀਕ ਨੂੰ ਨਹੀਂ ਸਮਝਦੇ। ਜੇ ਇੱਕ ਰੁੱਖ ਆਪਣੇ ਆਪ ਨੂੰ ਸੋਚੇ ਕਿ ਬਹੁਤ ਹਨੇਰੀਆਂ ਉਸਨੇ ਸਹੀਆਂ ਨੇ, ਉਹ ਕਦੀ ਡਿੱਗ ਨਹੀਂ ਸਕਦਾ, ਅਤੇ ਇਸ ਦਾ ਸਿੱਧਾ ਮਤਲਬ ਹੈ ਉਸਨੂੰ ਅਜੇ ਉਹ ਹਨੇਰੀ ਦਾ ਸਾਹਮਣਾ ਨਹੀਂ ਕੀਤਾ ਜਿਹੜੀ ਉਸਨੂੰ ਸੁੱਟ ਸਕਦੀ ਹੈ। ਅਤੇ ਜਿਹੜਾ ਮਨ ਆਪਣੇ ਆਪ ਨੂੰ ਸੋਚਦਾ ਕਿ ਮੈਂ ਬਹੁਤ ਸਾਊਂਡ ਹੋ ਗਿਆ, ਮੈਂ ਕਦੀ ਡਿੱਗ ਨਹੀਂ ਸਕਦਾ, ਮੈਂ ਕਦੀ ਢਹਿ ਨਹੀਂ ਸਕਦਾ, ਅਤੇ ਸਮਾਂ ਜ਼ਰੂਰ ਹੀ ਉਸ ਨੂੰ ਉਹ ਵਾਲੀ ਜਿਹੜੀ ਸਿਚੁਏਸ਼ਨਸ ਵਿੱਚ ਪਾ ਦਿੰਦਾ ਜਿਸ ਵਿੱਚ ਉਹ ਆਪਣੇ ਆਪ ਨੂੰ ਤਹਿਸ਼ ਨਹਿਸ਼ ਫੀਲ ਕਰਦਾ। ਪਰ ਜਿਹੜਾ ਮਨ ਆਪਣੇ ਆਪ ਨੂੰ ਸਮਝ ਲੈਂਦਾ, ਉਹ ਇਸ ਖੇਡ ਤੋਂ ਹੀ ਬਾਹਰ ਆ ਜਾਂਦਾ। ਨਾ ਉਹ ਸਾਊਂਡ ਰਹਿੰਦਾ, ਨਾ ਵੀਕ ਰਹਿੰਦਾ। ਸਾਊਂਡ ਵੀਕ ਦੇ ਚੱਕਰ 'ਚੋਂ ਬਾਹਰ ਆ ਜਾਂਦਾ। ਉਹ ਸਾਊਂਡ ਨੂੰ ਵੀ ਪਛਾਣਨਾ ਸ਼ੁਰੂ ਕਰ ਦਿੰਦਾ, ਵੀਕਨੈਸ ਨੂੰ ਵੀ ਪਛਾਣਨਾ ਸ਼ੁਰੂ ਕਰ ਦਿੰਦਾ, ਉਸ ਤੋਂ ਆਪਣੇ ਆਪ ਨੂੰ ਨਿਰਲੇਪ ਕਰ ਦਿੰਦਾ। ਅਤੇ ਉਹ ਹੀ ਸਿਚੁਏਸ਼ਨ ਜਿਹੜੀ ਮਾਈਂਡ ਦੀ ਹੈਗੀ ਆ, ਉਹ ਸਾਊਂਡ ਮਾਈਂਡ ਦੀ ਸਿਚੁਏਸ਼ਨ ਹੈਗੀ ਹੈ। ਅਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸਾਊਂਡ ਮਾਈਂਡ ਨੂੰ ਸਮਝਣ ਦੀ, ਉਹ ਉਸੇ ਹੀ ਸਿਚੁਏਸ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਆਪਣੇ ਨਾਲ ਸਮਾਂ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਨਾਲ ਸਮਾਂ ਸਪੈਂਡ ਕਰਨਾ ਚਾਹੀਦਾ ਹੈਗਾ। ਆਪਣੇ ਨਾਲ ਸਮਾਂ ਸਪੈਂਡ ਕਰਨ ਦਾ ਮਤਲਬ ਹੀ ਇਹੋ ਹੈ, ਸ਼ਾਂਤ ਹੋ ਕੇ ਬੈਠ ਜਾਣਾ। ਅਤੇ ਜਦੋਂ ਤੁਸੀਂ ਸ਼ਾਂਤ ਹੋ ਕੇ ਬੈਠ ਜਾਓਗੇ, ਤੁਹਾਡੀ ਜਿੰਨੀ ਵੀ ਊਰਜਾ, ਐਨਰਜੀ ਕੰਮਾਂ ਦੇ ਵਿੱਚ ਗੁਆਚੀ ਹੋਏਗੀ, ਉਹ ਇੱਕ ਨਾ ਇੱਕ ਟਾਈਮ ਸਮੇਂ 'ਚ ਵਾਪਸ ਆ ਜਾਣੀ ਸ਼ੁਰੂ ਹੋ ਜਾਏਗੀ। ਅਤੇ ਜਦੋਂ ਤੁਸੀਂ ਉਸ ਐਨਰਜੀ ਨੂੰ ਪਛਾਣੋਗੇ, ਤੁਸੀਂ ਆਪਣੇ ਆਪ ਨੂੰ ਪਛਾਣੋਗੇ, ਅਤੇ ਤੁਹਾਡਾ ਮਨ ਜਿਹੜਾ ਹੈਗਾ ਉਹ ਖੂਬਸੂਰਤ ਬਣ ਜਾਏਗਾ। ਅਤੇ ਅੱਛੇ ਵਿਚਾਰ ਜੇ ਹੋਣਗੇ ਵੀ, ਤਾਂ ਅੱਛੇ ਵਿਚਾਰ ਹੋਣਗੇ, ਬੁਰੇ ਵਿਚਾਰ ਜਿਹੜੇ ਹੈਗੇ ਉਹ ਦੂਰ ਹੋ ਜਾਣਗੇ। ਸਾਊਂਡ ਮਨ ਦੀ ਜਿਹੜੀ ਅਸਲੀ ਪਹਿਚਾਣ ਵੀ ਹੋਈ ਹੈ। ਜੇ ਤੁਸੀਂ ਫਲਾਵਰ ਦੀ, ਕੋਈ ਫੁੱਲ ਦੀ ਐਗਜ਼ਾਮਪਲ ਦਿਓ ਕਿ ਫੁੱਲ ਕਿਹਨੂੰ ਕਹਿੰਦੇ ਆ, ਫੁੱਲ ਕਿਹਨੂੰ ਕਹਿੰਦੇ ਜਿਸ 'ਚ ਸੁਗੰਧੀ ਹੋਵੇ। ਅਤੇ ਜਿਹੜਾ ਸਾਊਂਡ ਮਾਈਂਡ ਵੀ ਉਹਨੂੰ ਕਹਿੰਦੇ ਆ ਜਿਸ 'ਚ ਸੁਗੰਧ ਜਿਹੜੀ ਜੀ ਉੱਠੇ ਵੀ, ਅਤੇ ਚੰਗੇ ਵਿਚਾਰਾਂ ਦੀ ਜਿਹੜੀ ਮਹਿਕ ਉੱਠੇ, ਉਸ ਨੂੰ ਹੀ ਸਾਊਂਡ ਮਾਈਂਡ ਕਹਿੰਦੇ ਆ। ਬਾਕੀ ਜਿਹੜੀ ਸਾਰੀਆਂ ਗੱਲਾਂ ਨੇ ਪੈਸੇ ਨੂੰ ਕਮਾਉਣ ਵਾਲੀਆਂ, ਉਹ ਤਾਂ ਸਭ ਛਲਾਵੇ ਨੇ, ਠੀਕ ਹੈ। ਪੈਸਾ ਨੂੰ ਕਮਾਉਣਾ ਸਾਊਂਡ ਮਾਈਂਡ ਦੀ ਕਦੀ ਵੀ ਖੇਡ ਨਹੀਂ ਹੈਗੀ। ਉਹ ਇੱਕ ਸਾਊਂਡ ਪੈਸੇ ਨੂੰ ਕਮਾਉਣ ਦੀ ਸਕਿੱਲ ਚਾਹੀਦੀ ਹੈਗੀ ਹੈ। ਜਿਹੜੀ ਪੈਸਾ ਇੱਕ ਬਹੁਤ ਬੁਨਿਆਦੀ ਛੋਟੀ ਜਿਹੀ ਇੱਕ ਜ਼ਰੂਰਤ ਆ ਇਨਸਾਨੀ ਜੀਵਨ ਦੀ। ਬਹੁਤ ਸਾਰੇ ਇਨਸਾਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ। ਉਹ ਆਪਣੇ ਆਪ ਨੂੰ ਪੈਸੇ ਦੀ ਦੌੜ ਵਿੱਚ ਇੰਨਾ ਗਵਾ ਲੈਂਦੇ ਨੇ, ਅਤੇ ਫਿਰ ਪੈਸੇ ਦੀ ਦੌੜ ਨੂੰ ਛੱਡ ਨਹੀਂ ਪਾਉਂਦੇ। ਉਹਦਾ ਕਾਰਨ ਵੀ ਇਹੋ ਹੀ ਹੁੰਦਾ ਕਿ ਪੈਸੇ ਦੀ ਦੌੜ ਨੂੰ ਛੱਡਣ ਦੇ ਨਾਲ ਬੇਚੈਨੀ ਜਿਹੜੀ ਹੈਗੀ ਆ ਉਹ ਆ ਘੇਰਦੀ ਹੈ। ਪੈਸੇ ਨੂੰ ਪਾਉਣ ਦੀ ਦੌੜ ਵਿੱਚ ਸ਼ਾਇਦ ਉਹਨਾਂ ਨੂੰ ਇੱਕ ਸੈਟਿਸਫੈਕਸ਼ਨ ਹੁੰਦੀ ਹੈ ਕਿ ਕੋਈ ਨਾ ਕੋਈ ਚੀਜ਼ ਉਹ ਪਾ ਰਹੇ ਨੇ, ਅਤੇ ਜਿਹੜੀ ਚੀਜ਼ ਉਹ ਪਾ ਰਹੇ ਦੀ ਹੋਣ ਦੀ ਆਸ ਕਰਦੇ ਪਏ ਹੁੰਦੇ ਆ, ਅਸਲ ਵਿੱਚ ਉਹ ਉਸ ਚੀਜ਼ ਨੂੰ ਖੋ ਰਹੇ ਹੁੰਦੇ ਆ। ਪੈਸਾ ਇੱਕ ਬੁਨਿਆਦੀ ਜ਼ਰੂਰਤ ਹੈਗੀ ਹੈ। ਜਿਸ ਜ਼ਰੂਰਤ ਨੂੰ ਪੂਰਾ ਕਰਨ ਲਈ ਸਾਨੂੰ ਪੈਸੇ ਦੀ ਇੱਕ ਠੀਕ ਜਿਹੜੀ ਹੈਗੀ ਹੈ ਇੱਕ ਅਮਾਊਂਟ ਆਫ ਮਨੀ ਚਾਹੀਦੀ ਹੈਗੀ ਹੈ। ਉਸ ਤੋਂ ਜ਼ਿਆਦਾ ਜਿਹੜਾ ਅੱਗੇ ਜਾਣਾ ਜਿਹੜਾ ਉਹ ਕਦੀ ਵੀ ਸਹੀ ਨਹੀਂ ਹੈਗਾ, ਕਿਉਂਕਿ ਉਹ ਆਪਣੇ ਆਪ ਨੂੰ ਗਵਾ ਲੈਂਦਾ ਨਾ ਇਨਸਾਨ। ਜੋ ਆਪਣੇ ਆਪ ਨੂੰ ਗਵਾਉਣਾ, ਆਪਣੇ ਆਪ ਨੂੰ ਗਵਾ ਕੇ ਕੁਛ ਵੀ ਪਾਇਆ, ਬਹੁਤ ਘਾਟੇ ਦਾ ਸੌਦਾ, ਬਹੁਤ ਘਾਟੇ ਦਾ ਸੌਦਾ। ਆਪਣੇ ਆਪ ਨੂੰ ਪਾ ਕੇ ਜੇ ਸਭ ਕੁਝ ਗਵਾ ਲਿਆ ਨਾ, ਤਾਂ ਬਹੁਤ ਜਿਹੜਾ ਹੈਗਾ ਮੁਨਾਫੇ ਦਾ ਸੌਦਾ, ਬਹੁਤ ਮੁਨਾਫੇ ਦਾ ਸੌਦਾ, ਜਿਹੜਾ ਕਦੀ ਇਸ ਨੂੰ ਕਹਿ ਨਹੀਂ ਸਕਦੇ। ਸੋ ਦੂਸਰਾ ਇੱਕ ਪੁਆਇੰਟ ਹੈਗਾ ਕਿ ਯੂ ਮਸਟ ਹੈਵ ਕਲੈਰਿਟੀ ਅਬਾਊਟ ਯੂਰ ਐਗਜ਼ਿਸਟੈਂਸ ਇਨ ਦਿਸ ਲਾਈਫ। ਬਹੁਤ ਸਾਰੇ ਲੋਕ ਬਹੁਤ ਸਾਰੇ ਕੰਮ ਕਰਦੇ ਨੇ, ਪਰ ਨਾ ਉਹਨਾਂ ਨੂੰ ਇਸ ਐਗਜ਼ਿਸਟੈਂਸ ਦੀ ਕਲੈਰਿਟੀ ਨਹੀਂ ਹੈਗੀ ਕਿ ਉਹ ਸਮਾਜ ਵਿੱਚ ਕਿਉਂ ਰਹਿ ਰਹੇ ਨੇ, ਇਸ ਦੁਨੀਆ ਦੇ ਵਿੱਚ ਕਿਉਂ ਨੇ। ਉਹ ਤੋਂ ਜਿੰਨੇ ਵੀ ਕੰਮ ਕਰਦੇ ਪਏ ਨੇ, ਉਹ ਕਿਉਂ ਕਰਦੇ ਪਏ ਨੇ। ਜਿੰਨਾ ਚਿਰ ਤੱਕ ਤੁਹਾਨੂੰ ਆਪਣੇ ਸਮਾਜ ਦੇ ਵਿੱਚ ਰਹਿਣ ਦੀ ਇੱਕ ਕਲੈਰਿਟੀ ਨਹੀਂ ਆਏਗੀ, ਜ਼ਿੰਦਗੀ ਦੇ ਵਿੱਚ ਸੈਟਿਸਫੈਕਸ਼ਨ ਨਹੀਂ ਹੋਏਗੀ, ਜਿੰਨਾ ਚਿਰ ਤੱਕ ਜ਼ਿੰਦਗੀ 'ਚ ਸੈਟਿਸਫੈਕਸ਼ਨ ਨਹੀਂ ਹੋਏਗੀ, ਜਿਹੜਾ ਸਾਡਾ ਮਨ ਆ ਉਹ ਕਦੀ ਕਲੀਅਰ ਨਹੀਂ ਹੋਏਗਾ। ਅਤੇ ਕਲੀਅਰ ਮਾਈਂਡ ਹੀ ਸਟਰੋਂਗ ਮਾਈਂਡ ਹੁੰਦਾ, ਅਤੇ ਅਨਕਲੀਅਰ ਮਾਈਂਡ ਹੀ ਵੀਕ ਮਾਈਂਡ ਹੁੰਦਾ। ਜੇ ਇੱਕ ਮਾਈਂਡ ਹੈਗਾ ਉਹ ਇੱਕ ਸਾਰ ਹੈਗਾ, ਮਤਲਬ ਇੱਕ ਫੋਕਸ ਦੇ ਵਿੱਚ ਹੈਗਾ, ਉਹ ਹੀ ਹਮੇਸ਼ਾ ਸਾਊਂਡ ਹੋਏਗਾ। ਜਿਵੇਂ ਸੂਰਜ ਦੀਆਂ ਕਿਰਨਾਂ ਨੇ, ਬਹੁਤ ਸਾਰੀਆਂ ਕਿਰਨਾਂ ਨੇ, ਉਹ ਬਹੁਤ ਸਾਰੀਆਂ ਵੰਡ ਕੇ ਇੱਕ ਜਗ੍ਹਾ 'ਤੇ ਪੈ ਰਹੀਆਂ ਹੈਗੀਆਂ, ਉਹਦੇ 'ਚ ਓਨੀ ਗਰਮੀ ਨਹੀਂ ਹੋਏਗੀ। ਜਿਹੜੇ ਬੱਚੇ ਹੁੰਦੇ ਆ ਉਹ ਇੱਕ ਲੈਂਸ ਯੂਜ਼ ਕਰਦੇ ਹੈਗੇ ਆ, ਜਿਹੜਾ ਉਹਨਾਂ ਬਹੁਤ ਸਾਰੀਆਂ ਕਿਰਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਕੇਂਦਰਿਤ ਕਰਦਾ, ਅਤੇ ਉਸ ਊਰਜਾ ਵਿੱਚ ਇੰਨੀ ਐਨਰਜੀ ਹੁੰਦੀ ਹੈ ਕਿ ਉਹ ਇੱਕ ਪੇਪਰ ਦੇ ਵਿੱਚ ਵੀ ਅੱਗ ਲਗਾ ਸਕਦਾ। ਸੋ ਇਸੇ ਤਰੀਕੇ ਨਾਲ ਜਿਹੜਾ ਸਾਡਾ ਬ੍ਰੇਨ ਆ, ਜਿੰਨਾ ਜ਼ਿਆਦਾ ਵੰਡਿਆ ਹੈਗਾ ਓਨਾ ਵੀਕ ਆ, ਅਤੇ ਜਿੰਨਾ ਹੀ ਉਹ ਸਾਊਂਡ ਹੈਗਾ
ਓਨਾ ਹੀ ਸਾਊਂਡ ਹੈਗਾ ਜਿੰਨਾ ਉਹ ਇੱਕ ਜਗ੍ਹਾ ਦੇ ਉੱਪਰ ਕੇਂਦਰਿਤ ਹੈਗਾ। ਅਤੇ ਸਾਨੂੰ ਹਮੇਸ਼ਾ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਕਲੈਰਿਟੀ ਦੀ। ਕੇਂਦਰ ਦੇਖੋ ਲੈਂਸ ਹੈ ਕਲੈਰਿਟੀ। ਜਦੋਂ ਸਾਨੂੰ ਕਿਸੇ ਚੀਜ਼ ਦੇ ਪ੍ਰਤੀ ਕਲੈਰਿਟੀ ਆ ਜਾਂਦੀ ਹੈ, ਫਿਰ ਸਾਡੀ ਸਾਰੀ ਜਿਹੜੀ ਦਿਮਾਗ ਦੀ ਐਨਰਜੀ ਆ ਉਹ ਇੱਕ ਜਗ੍ਹਾ ਦੇ ਉੱਪਰ ਫੋਕਸ ਹੋ ਜਾਂਦੀ ਹੈ। ਅਤੇ ਕਲੈਰਿਟੀ ਆਪਣੀ ਪ੍ਰਤੀ ਹੋਣੀ ਬਹੁਤ ਜ਼ਰੂਰੀ ਹੈ। ਜੇ ਸਾਨੂੰ ਦੂਜੀਆਂ ਚੀਜ਼ਾਂ ਦੇ ਪ੍ਰਤੀ ਕਲੈਰਿਟੀ ਹੋਣ ਦੀ ਜ਼ਰੂਰਤ ਹੈ। ਜੇ ਇਨਸਾਨ ਆਪਣੇ ਆਪ ਨੂੰ ਗਵਾ ਲੈਂਦਾ ਤਾਂ ਉਸ ਨੂੰ ਜ਼ਿੰਦਗੀ ਦੀ ਕਿਸੇ ਰੂਪ ਦੇ ਵਿੱਚ ਕਲੈਰਿਟੀ ਨਹੀਂ ਮਿਲ ਸਕਦੀ। ਸੋ ਆਪਣੇ ਮਨ ਦੀ ਕਲੈਰਿਟੀ ਤਾਂ ਹੀ ਹੋਏਗੀ ਜੇ ਤੁਸੀਂ ਆਪਣੇ ਆਪ ਨੂੰ ਪਾਓਗੇ। ਸੋ ਹਮੇਸ਼ਾ ਹੀ ਆਪਣੇ ਆਪ ਨੂੰ ਸਮਝਣਾ ਅਤੇ ਆਪਣੀ ਸਮਝ ਇਸ ਦੁਨੀਆ ਵਿੱਚ ਤੁਸੀਂ ਕੀ ਕਰ ਰਹੇ ਹੋ ਇਸ ਨੂੰ ਜ਼ਰੂਰ ਸਮਝਣਾ, ਕਿਉਂਕਿ ਹਰ ਇੱਕ ਇਨਸਾਨ ਕੋਈ ਨਾ ਕੋਈ ਕੰਮ ਕਰ ਰਿਹਾ ਹੈਗਾ, ਅਚੇਤ ਰੂਪ 'ਚ ਕੰਮ ਕਰ ਰਿਹਾ। ਅਤੇ ਤੁਸੀਂ ਸੁਚੇਤ ਰੂਪ ਦੇ ਵਿੱਚ ਆਪਣੀ ਐਗਜ਼ਿਸਟੈਂਸ ਨੂੰ ਲਾਈਫ ਵਿੱਚ ਜਦੋਂ ਸਮਝੋਗੇ ਕਿ ਮੇਰੀ ਇਸ ਐਗਜ਼ਿਸਟੈਂਸ ਦਾ ਮਤਲਬ ਕੀ ਹੈ, ਅਤੇ ਤੁਹਾਡੇ ਅੰਦਰ ਹਰ ਇੱਕ ਪਰਮੇਸ਼ਰ ਨੇ ਕੁਝ ਗੁਣ ਪਾਏ ਨੇ ਜਿਨ੍ਹਾਂ ਦੀ ਗੁਣ ਦੀ ਜ਼ਰੂਰਤ ਇਸ ਸਮਾਜ ਨੂੰ ਹੈਗੀ ਹੈ। ਅਤੇ ਤੁਸੀਂ ਆਪਣੇ ਉਸ ਗੁਣ ਨੂੰ ਪਛਾਣਦੇ ਹੋਏ ਇਹ ਨੂੰ ਪਛਾਣੋ ਕਿ ਉਸ ਗੁਣ ਨੂੰ ਇਸ ਸਮਾਜ ਦੇ ਕੰਮ ਦੇ ਵਿੱਚ ਕਿਵੇਂ ਲੈ ਕੇ ਆ ਸਕਦੇ ਹੋ। ਉਸ ਕੰਮ ਦੇ ਰੂਪ ਵਿੱਚ ਤੁਹਾਨੂੰ ਇਨਕਮ ਵੀ ਜ਼ਰੂਰ ਜਨਰੇਟ ਹੋਏਗੀ, ਲੇਕਿਨ ਤੁਸੀਂ ਉਸ ਦਾ ਫੋਕਸ ਇਸ ਰੂਪ ਵਿੱਚ ਰੱਖੋ ਕਿ ਇਹ ਸਾਰੇ ਜੋ ਵੀ ਹਿੱਸੇ ਨੇ ਦੁਨੀਆ ਦੇ, ਜਿੰਨੇ ਵੀ ਇਨਸਾਨ ਨੇ ਜਾਂ ਜਿਹੜੇ ਇਨਸਾਨ ਨਹੀਂ ਵੀ ਹੈਗੇ, ਉਹ ਸਾਰੇ ਇਸ ਪਰਮੇਸ਼ਰ ਦਾ ਹੀ ਰੂਪ ਨੇ। ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਆ ਅਤੇ ਉਸ ਦੀ ਜਿਹੜੀ ਹੈਗੀ ਸ੍ਰਿਸ਼ਟੀ, ਜਿਹੜੀ ਉਸ ਦੀ ਕਿਰਤ ਹੈ, ਅਤੇ ਖਾਸ ਤੌਰ ਜਿਹੜੇ ਇਹਦੇ ਇਨਸਾਨ ਬਣਾਏ ਆ ਉਹਨਾਂ ਦੇ ਵਿੱਚ ਵੇਖਿਆ ਜਾ ਸਕਦਾ। ਉਹਨਾਂ ਦੀ ਹਰ ਰੂਪ ਦੇ ਵਿੱਚ, ਜਿਸ ਰੂਪ ਦੇ ਵਿੱਚ ਤੁਸੀਂ ਤੁਹਾਡੀ ਸਕਿੱਲ ਰੱਬ ਨੇ ਪਾਈ ਹੈ, ਉਸ ਰੂਪ ਦੇ ਵਿੱਚ ਸੇਵਾ ਕਰਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਬੜੀ ਸੈਟਿਸਫੈਕਸ਼ਨ ਮਿਲੇਗੀ, ਇਨਕਮ ਵੀ ਤੁਹਾਡੀ ਜਨਰੇਟ ਹੋ ਜਾਏਗੀ। ਸੋ ਉਸ ਰੂਪ ਦੇ ਵਿੱਚ ਇੱਕ ਸੇਵਾ ਭਾਵ ਰੱਖ ਕੇ ਜਦੋਂ ਤੁਸੀਂ ਕਲੈਰਿਟੀ ਨਾਲ ਕੰਮ ਕਰੋਗੇ, ਤੁਹਾਨੂੰ ਆਪਣੀ ਐਗਜ਼ਿਸਟੈਂਸ ਦੀ ਇੱਕ ਸਹੀ ਕਲੈਰਿਟੀ ਆਏਗੀ। ਇਸੇ ਨੂੰ ਸੇਵਾ ਕਿਹਾ ਅਸਲ ਦੇ ਵਿੱਚ। ਸੇਵਾ ਇਸੇ ਨੂੰ ਕਿਹਾ ਹੈਗਾ ਕਿ ਜੋ ਤੁਹਾਡੇ ਕੋਲ ਸਕਿੱਲ ਹੈਗੀ ਹੈ, ਜੋ ਇਸ ਸਮਾਜ ਨੂੰ ਦੇ ਸਕਦੇ ਹੋ ਤੁਸੀਂ, ਕਿਉਂਕਿ ਹਰ ਇੱਕ ਇਨਸਾਨ ਦੀ ਜਿਹੜੀ ਹੈਗੀ ਹੈ ਐਗਜ਼ਿਸਟੈਂਸ ਬੜੀ ਲਿਮਿਟਡ ਟਾਈਮ ਦੇ ਲਈ ਹੈ। ਅਤੇ ਜੇ ਕੋਈ ਇਨਸਾਨ ਆਪਣੀ ਜਿਹੜੀ ਹੈਗੀ ਐਗਜ਼ਿਸਟੈਂਸ ਦਾ ਇੱਕ ਸੇਵਾ ਰੂਪ ਦੇ ਵਿੱਚ ਸਮਾਜ ਨੂੰ ਦੇ ਪਾਵੇ ਤਾਂ ਇੱਕ ਬਹੁਤ ਹੀ ਜ਼ਰੂਰੀ, ਬੜੀ ਅੱਛੀ ਗੱਲ ਹੋਏਗੀ। ਸੋ ਇਸ ਚੀਜ਼ ਨਾਲ ਆਪਣੀ ਐਗਜ਼ਿਸਟੈਂਸ ਨੂੰ ਪਹਿਚਾਨਣਾ ਚਾਹੀਦਾ ਹੈਗਾ, ਅਤੇ ਉਸ ਐਗਜ਼ਿਸਟੈਂਸ ਨੂੰ ਪਛਾਣਦੇ ਹੋਏ ਜਿਹੜਾ ਹੈਗਾ ਤੁਸੀਂ ਆਪਣੀ ਜ਼ਿੰਦਗੀ ਨੂੰ ਜੀਓ। ਅਤੇ ਤੁਹਾਨੂੰ ਇੱਕ ਤੁਹਾਡਾ ਬ੍ਰੇਨ ਸਾਊਂਡ ਬਣ ਜਾਏਗਾ, ਤੁਸੀਂ ਇੰਨੇ ਸਾਊਂਡ ਬਣ ਜਾਓਗੇ ਅਤੇ ਤੁਹਾਨੂੰ ਆਪਣੇ ਪ੍ਰਤੀ ਇੱਕ ਕਲੈਰਿਟੀ ਆਏਗੀ। ਤੁਸੀਂ ਸਾਊਂਡ ਛੱਡੋ, ਤੁਸੀਂ ਬਹੁਤ ਜ਼ਿਆਦਾ ਜਾਗਰਣ ਨਾਲ ਭਰ ਜਾਓਗੇ, ਖੁਸ਼ੀ ਨਾਲ ਭਰ ਜਾਓਗੇ। ਹਮੇਸ਼ਾ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੋਏਗੀ, ਇੰਨੀ ਖੁਸ਼ੀ ਤੁਹਾਨੂੰ ਕੁਦਰਤੀ ਰੂਪ ਵਿੱਚ ਮਿਲੇਗੀ। ਅਤੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਲਈ ਡੇਲੀ ਬੇਸ 'ਤੇ ਕੁਝ ਅਵੇਅਰਨੈਸ ਨਾਲ ਰਿਲੇਟਡ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਨੇ। ਉਹ ਕੰਮ ਕਰਨੇ ਚਾਹੀਦੇ ਨੇ ਜਿਸ ਨਾਲ ਤੁਹਾਡੀ ਅਵੇਅਰਨੈਸ ਬਹੁਤ ਵਧੇ। ਅਵੇਅਰਨੈਸ ਹੀ ਉਹ ਕੀ ਹੈ ਜਿਹੜੀ ਤੁਹਾਨੂੰ ਤੁਹਾਡੇ ਪ੍ਰਤੀ ਜਾਣਕਾਰੀ ਦਿੰਦੀ ਹੈ। ਦੇਖੋ ਅਵੇਅਰਨੈਸ ਨੂੰ ਹੀ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤਦਾ, ਪਰ ਉਹ ਸਬਕੌਂਸ਼ੀਅਸਲੀ ਵਰਤਦਾ। ਉਸ ਨੂੰ ਪਤਾ ਨਹੀਂ ਹੈ ਕਿ ਉਹ ਅਵੇਅਰ ਹੈ। ਉਹ ਜ਼ਿੰਦਗੀ ਦੇ ਜਿੰਨੇ ਕੰਮਾਂ ਨੂੰ ਜਾਣਦਾ, ਉਹ ਸਿਰਫ ਅਵੇਅਰਨੈਸ ਦੇ ਟੂਲ ਕਰਕੇ ਹੀ ਜਾਣਦਾ। ਸਾਡੇ ਅੰਦਰ ਦੋ ਸ਼ਕਤੀਆਂ ਨੇ, ਬਹੁਤ ਸ਼ਕਤੀਆਂ ਨੇ। ਇੱਕ ਅਵੇਅਰਨੈਸ ਹੈ ਜੋ ਸਾਨੂੰ ਇਸ ਸਮਾਜ ਪ੍ਰਤੀ ਜਾਣਕਾਰੀ ਦਿੰਦੀ ਹੈਗੀ ਆ, ਜਿਸ ਨਾਲ ਅਸੀਂ ਕੁਝ ਨਵਾਂ ਸਿੱਖਦੇ ਹਾਂ। ਅਤੇ ਇੱਕ ਜਿਹੜੀ ਸ਼ਕਤੀ ਹੈ ਜਿਹੜੀ ਉਹ ਸਾਰੇ ਸਿੱਖੇ ਦਾ ਭੰਡਾਰ ਕਰਦੀ ਹੈ, ਉਸ ਨੂੰ ਵਰਤਦੀ ਹੈਗੀ ਹੈ ਸਿਚੁਏਸ਼ਨਸ ਦੇ ਵਿੱਚ, ਉਸ ਨੂੰ ਤੁਹਾਡੇ ਆਟੋਮੇਸ਼ਨ ਲਿਆਉਣ ਲਈ ਕੰਮ ਕਰਦੀ ਹੈ। ਕਿਉਂਕਿ ਅਵੇਅਰਨੈਸ ਦੀ ਸ਼ਕਤੀ ਜਿਹੜੀ ਹੈਗੀ ਹੈ ਰੱਬ ਨੇ ਤੁਹਾਨੂੰ ਬਹੁਤ ਥੋੜ੍ਹੀ ਦਿੱਤੀ ਹੈਗੀ ਹੈ। ਹਰ ਇੱਕ ਇਨਸਾਨ ਨੂੰ ਮੰਨਿਆ ਜਾਂਦਾ 5-10% ਸ਼ਕਤੀ ਹੀ ਇਨਸਾਨ ਕੋਲ ਹੁੰਦੀ ਹੈ ਅਵੇਅਰਨੈਸ ਲਈ। ਅਤੇ ਜਿਹੜੀ 90% ਸ਼ਕਤੀ ਆ ਉਹ ਜੋ ਵੀ ਅਵੇਅਰਨੈਸ ਨੇ ਇਕੱਠਾ ਕੀਤਾ, ਇਸ ਜਨਮ 'ਚ ਇਕੱਠਾ ਕੀਤਾ ਜਾਂ ਪਿਛਲੇ ਜਨਮਾਂ ਦਾ ਇਕੱਠਾ ਕੀਤਾ ਹੈਗਾ, ਉਸ ਨੂੰ ਯੂਜ਼ ਕਰਦੀ ਆ, ਉਸ ਨੂੰ ਸਮਝ ਕੇ ਆਟੋਮੇਸ਼ਨ ਡਿਸੀਜਨ ਲੈਣ 'ਚ ਹੈਲਪ ਕਰਦੀ ਹੈ। ਕਿਉਂਕਿ ਸਮਝਿਆ ਜਾਂਦਾ ਕਿ ਬਹੁਤ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਪੁਰਾਣੀ ਹੈਗੀ ਆ। ਜ਼ਿੰਦਗੀ ਦਾ ਹਰ ਦਿਨ ਤੁਹਾਡੇ ਜ਼ਿੰਦਗੀ ਵਿੱਚ 5-10% ਨਵਾਂ ਹੁੰਦਾ, ਬਾਕੀ ਸਭ ਪੁਰਾਣਾ ਹੀ ਹੁੰਦਾ। ਸੋ ਇਸੇ ਕਰਕੇ ਉਹ ਐਨਰਜੀ ਜਿਹੜੀ ਹੈਗੀ ਹੈ ਤੁਹਾਨੂੰ ਬਹੁਤ ਸਾਰੇ ਪੁਰਾਣੇ ਐਕਸਪੀਰੀਅੰਸ ਜਿਹੜੇ ਹੈਗੇ ਆ ਉਹ ਬਹੁਤ ਜਲਦੀ, ਤੁਸੀਂ ਕੋਈ ਵੀ ਸਿਚੁਏਸ਼ਨ ਵਾਪਰਦੀ ਤੋਂ ਪਹਿਲਾਂ ਹੀ ਡਿਸੀਜਨ ਲੈ ਲੈਂਦੇ ਹੋ ਤਾਂ ਬਹੁਤ ਫਾਸਟ ਹੋ ਜਾਂਦੇ ਹੋ। ਇਹ ਵੀ ਸ਼ਾਇਦ ਕੁਦਰਤ ਦਾ ਇੱਕ ਨਿਯਮ ਹੈਗਾ। ਅਤੇ ਇਹ ਦੋ ਸ਼ਕਤੀਆਂ ਨੇ ਜਿਹੜੀ ਜ਼ਿੰਦਗੀ 'ਚ ਕੰਮ ਕਰਦੀਆਂ ਨੇ। ਪਰ ਜਿਹੜੇ ਅਸੀਂ ਦੁੱਖ ਅਤੇ ਸੁੱਖ ਜਿਹੜੇ ਆ ਫੀਲ ਕਰਦੇ ਹਾਂ, ਉਹ ਇਹਨਾਂ ਸ਼ਕਤੀਆਂ ਕਰਕੇ ਹੀ ਕਰਦੇ ਹਾਂ। ਜਿਹੜੇ ਬਹੁਤ ਸਾਰੇ ਦੁੱਖ ਜਿਹੜੇ ਆ 90% ਬ੍ਰੇਨ ਆ ਸਬਕੌਂਸ਼ੀਅਸ, ਇਸ ਦੇ ਐਕਸਪੀਰੀਅੰਸ ਕਰਕੇ ਸਾਨੂੰ ਦੁੱਖ ਮਿਲਦੇ ਆ। ਇਹ ਸਾਨੂੰ ਟ੍ਰਿਗਰ ਕਰਦੀ ਹੈਗੀ ਹੈ ਸੁੱਖ ਦੇ ਦੁੱਖ ਵਿੱਚ, ਤਾਂ ਸੋ ਅਸੀਂ ਐਕਸ਼ਨ ਲੈ ਸਕੀਏ। ਹਮੇਸ਼ਾ ਹੀ ਜਿਹੜੀ ਅਵੇਅਰਨੈਸ ਹੈਗੀ ਆ ਉਸ ਨੂੰ ਵਧਾਇਆ ਜਾ ਸਕਦਾ। ਦੇਖੋ ਜੇ ਜਿਹੜੇ ਕੋਲ ਹੈ ਨਹੀਂ ਆ ਉਹਨੂੰ ਵਧਾਇਆ ਨਹੀਂ ਜਾ ਸਕਦਾ, ਪੈਦਾ ਨਹੀਂ ਕੀਤਾ ਜਾ ਸਕਦਾ। ਅਵੇਅਰਨੈਸ ਨੂੰ ਵਧਾਇਆ ਜਾ ਸਕਦਾ।
ਅਵੇਅਰਨੈਸ ਨੂੰ ਇੰਨਾ ਵਧਾਇਆ ਜਾ ਸਕਦਾ ਕਿ ਤੁਸੀਂ ਜਿਹੜਾ 90% ਹਿੱਸਾ ਉਹਨੂੰ ਸਮਝ ਸਕੋ। ਅਵੇਅਰਨੈਸ ਨੂੰ ਦੁਨੀਆ ਤੋਂ ਛੱਡ ਕੇ ਉਸ 90% ਹਿੱਸੇ ਨੂੰ ਸਮਝਣ 'ਤੇ ਲਗਾ ਦਿਓ ਤੇ ਤੁਸੀਂ ਉਸ ਤੋਂ ਮੁਕਤ ਹੋ ਜਾਓਗੇ। ਸਮਾਜ ਸੰਸਾਰ 'ਚ ਮੁਕਤ ਹੋਣ ਦਾ ਜਿਹੜਾ ਅਸਲੀ ਰਸਤਾ ਉਹ ਇਹੋ ਹੀ ਹੈ, ਆਪਣੇ ਸੰਸਾਰ ਤੋਂ ਮੁਕਤ ਨਹੀਂ ਹੋਣਾ। ਆਪਣੇ ਦਿਮਾਗ ਦੇ ਜਿਹੜਾ 90% ਤੁਹਾਡੇ ਦਿਮਾਗ ਦਾ ਹਿੱਸਾ, ਮੰਨਦਾ ਕਿ ਇਸ ਟਾਈਮ ਮੈਨੂੰ ਉਹ ਲੱਗਦਾ ਕਿ 95% ਤੱਕ ਹਿੱਸਾ ਵੱਧਦਾ ਜਾ ਰਿਹਾ। ਅਵੇਅਰਨੈਸ ਜਿਹੜੀ ਘਟਦੀ ਜਾ ਰਹੀ ਹੈ, ਉਹ ਜਿਹੜਾ ਬ੍ਰੇਨ ਦਾ ਉਹ ਹਿੱਸਾ ਵੱਧਦਾ ਜਾ ਰਿਹਾ ਹੈਗਾ। ਜਿੰਨਾ ਵੀ ਇਨਸਾਨ ਆਪਣੇ ਆਪ ਨੂੰ ਇੰਟੈਲੀਜੈਂਟ ਕਹਿੰਦਾ, ਸ਼ਾਇਦ ਉਸ ਹਿੱਸੇ ਕਰਕੇ ਹੀ ਕਹਿ ਰਿਹਾ। ਅਤੇ ਉਸ ਹਿੱਸੇ ਨੂੰ ਜਿਹੜਾ ਹੈਗਾ ਸਮਝਣਾ ਜ਼ਰੂਰੀ ਹੈ। ਜਦੋਂ ਇਸ ਨੂੰ ਸਮਝੋਗੇ, ਉਹ ਜਿਹੜੀ ਅਵੇਅਰਨੈਸ ਆ ਤੁਹਾਨੂੰ ਉਸ ਹਿੱਸੇ ਨੂੰ ਜਦੋਂ ਸਮਝਾਏਗੀ ਤਾਂ ਬਹੁਤ ਸਾਰੇ ਜਿਹੜੀ ਹੈਗੀ ਆ ਡਿਸੀਜਨ ਜਿਹੜੇ ਤੁਸੀਂ ਲੈਂਦੇ ਹੋ, ਕਿਉਂ ਲੈਂਦੇ ਹੋ, ਕਿਵੇਂ ਰਿਐਕਟ ਕਰਦੇ ਹੋ, ਤੁਹਾਨੂੰ ਚੀਜ਼ਾਂ ਅੱਛੀਆਂ ਲੱਗਦੀਆਂ ਕਿਉਂ ਲੱਗਦੀਆਂ, ਅੱਛੀਆਂ ਨਹੀਂ ਲੱਗਦੀਆਂ ਕਿਉਂ ਨਹੀਂ ਲੱਗਦੀਆਂ, ਤੁਸੀਂ ਉਸ ਨੂੰ ਸਮਝ ਜਾਓਗੇ। ਅਤੇ ਉਹ ਸਿਸਟਮ ਤੁਹਾਡਾ ਨਹੀਂ ਹੈਗਾ, ਉਹ ਇੱਕ ਸ੍ਰਿਸ਼ਟੀ ਦਾ ਸਿਸਟਮ ਆ। ਜਦੋਂ ਤੁਸੀਂ ਉਹਨੂੰ ਸਮਝੋਗੇ, ਤੁਸੀਂ ਹਰ ਇੱਕ ਇਨਸਾਨ ਦੇ ਮਨ ਨੂੰ ਪੜ੍ਹਨਾ ਬੁੱਝਣਾ ਸਿੱਖ ਜਾਓਗੇ। ਜੇ ਤੁਸੀਂ ਆਪਣੇ ਮਨ ਨੂੰ ਜਾਣਦੇ ਹੋ, ਮੰਨ ਲਓ ਕਿ ਤੁਸੀਂ 90% 99% ਲੋਕਾਂ ਦੇ ਦਿਮਾਗ ਨੂੰ ਜਾਣਦੇ ਹੋ, ਅਤੇ ਤੁਸੀਂ ਆਪ ਵੀ ਮੁਕਤ ਹੋ ਜਾਓਗੇ। ਅਤੇ ਇਸ ਚੀਜ਼ ਨੂੰ ਅਵੇਅਰਨੈਸ ਨੂੰ ਲੋਕਾਂ ਤੱਕ ਵੀ ਫੈਲਾ ਸਕਦੇ ਹੋ। ਸੋ ਹਮੇਸ਼ਾ ਹੀ ਉਸ ਅਵੇਅਰਨੈਸ ਨੂੰ ਵਧਾਉਣ ਦੀਆਂ ਕੁਝ ਐਕਟੀਵਿਟੀਜ਼ ਨੇ, ਟੈਕਨੀਕਸ ਨੇ, ਜਿਨ੍ਹਾਂ ਨੂੰ ਹਰ ਇੱਕ ਧਰਮ ਸਿਖਾ ਰਿਹਾ। ਜੋ ਤੁਹਾਡੀ ਸਮਝ ਆਉਂਦੀ ਹੈਗੀ ਹੈ, ਸਵੇਰੇ ਸ਼ਾਮ 2-2 ਘੰਟੇ ਜਿਹੜੇ ਹੈਗੇ ਆ, ਜਾਂ ਜਿੰਨਾ ਵੀ ਸਮਾਂ 1-1 ਘੰਟਾ 2-2 ਘੰਟੇ ਜੇ ਕਰ ਸਕੋ ਤਾਂ ਬੜੀ ਅੱਛੀ ਗੱਲ ਹੈਗੀ ਹੈ। ਤੁਸੀਂ ਆਪਣੇ ਆਪ ਨੂੰ ਸਮਝ ਸਕਦੇ ਹੋ। ਅਤੇ ਜਦੋਂ ਤੁਸੀਂ ਆਪਣੇ ਆਪ ਨੂੰ ਸਮਝ ਆਓਗੇ, ਤੁਹਾਡਾ ਮਾਈਂਡ ਜਿਹੜਾ ਹੈਗਾ ਉਹ ਬਹੁਤ ਸਟਰੋਂਗ ਬਣ ਜਾਏਗਾ। ਮਾਈਂਡ ਰਹੇਗਾ ਹੀ ਨਹੀਂ, ਠੀਕ ਹੈ ਨਾ, ਤੁਸੀਂ ਹੀ ਰਹੋਗੇ। ਤਾਂ ਮਾਈਂਡ ਦੀ ਹੋਂਦ ਹੀ ਅਸਲ ਦੇ ਵਿੱਚ ਵੀਕਨੈਸ ਆ, ਠੀਕ ਹੈ। ਅਤੇ ਤੁਸੀਂ ਸਾਊਂਡ ਬਣ ਜਾਓਗੇ, ਤੁਸੀਂ ਇਸ ਮਾਈਂਡ ਦੇ ਚੱਕਰ 'ਚੋਂ ਨਿਕਲ ਜਾਓਗੇ। ਜ਼ਿੰਦਗੀ ਬਹੁਤ ਆਸਾਨ ਬਣ ਜਾਏਗੀ। ਬਹੁਤ ਸਾਰੀਆਂ ਚੀਜ਼ਾਂ ਜਿਸ 'ਚ ਤੁਸੀਂ ਮੁਸ਼ਕਿਲਾਂ 'ਚ ਪੈਂਦੇ ਸੀਗੇ, ਤੁਸੀਂ ਮੁਸ਼ਕਿਲਾਂ 'ਚ ਨਹੀਂ ਪਾਓਗੇ। ਹਮੇਸ਼ਾ ਹੀ ਖੁਸ਼ੀ ਆਪਣੀ ਜ਼ਿੰਦਗੀ ਜੀਓਗੇ ਅਤੇ ਲੋਕਾਂ ਨੂੰ ਵੀ ਪ੍ਰੇਰਨਾ ਸਰੋਤ ਬਣ ਜਾਓਗੇ। ਆਪਣੀ ਜ਼ਿੰਦਗੀ ਨੂੰ ਬਦਲੋਗੇ, ਲੋਕਾਂ ਦੀ ਜ਼ਿੰਦਗੀ ਨੂੰ ਬਦਲੋਗੇ। ਇਸ ਤਰੀਕੇ ਨਾਲ ਸਾਡਾ ਸਮਾਜ ਜਿਹੜਾ ਹੈਗਾ ਬੜਾ ਅੱਛਾ ਹੋ ਜਾਏਗਾ। ਆਸ ਕਰਦਾ ਕਿ ਮੇਰੀ ਇਸ ਟਾਕ ਤੋਂ ਤੁਹਾਨੂੰ ਕੁਛ ਨਾ ਕੁਛ ਸਮਝਣ ਨੂੰ ਜ਼ਰੂਰ ਮਿਲੇਗਾ। ਅਤੇ ਧੰਨਵਾਦ ਸਾਰਿਆਂ ਲਈ।